ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ 24/7 ਤੇ ਮੇਰਾ ਨਾਮ ਹੈ ਗਗਨਦੀਪ ਤੇ ਆਪਾਂ ਅੱਜ ਬਹੁਤ ਹੀ ਇੰਪੋਰਟੈਂਟ ਸੈਸ਼ਨ ਲੈ ਕੇ ਆਏ ਹਾਂ। ਸੈਸ਼ਨ ਕਾਹਦੇ ਤੇ ਆ ਦੇਖੋ ਜੀ, ਪੰਜਾਬ ਦਾ ਜਿਹੜਾ ਸਬ ਇੰਸਪੈਕਟਰ ਦਾ ਜਿਹੜਾ ਰੀ ਐਗਜ਼ਾਮ ਹੋਣਾ ਹੈ ਉਹਦੀ ਸਟ੍ਰੈਟਜੀ ਡਿਸਕਸ ਕਰਨੀ ਹੈ ਮਾੜੀ ਜੀ, ਵੀ ਆਪਾਂ ਹੁਣ ਕਿਵੇਂ ਪੜ੍ਹੀਏ, ਕੀ ਕਰਨਾ ਕੀ ਨਹੀਂ ਕਰਨਾ। ਠੀਕ ਹੈ ਹਾਂਜੀ, ਤਾਂ ਜੀ ਦੇਖੋ ਜੀ ਹੈ ਕਿ ਇਹ ਇਹਨਾਂ ਨੇ ਰੀ ਐਗਜ਼ਾਮ ਨਹੀਂ ਲਿਖਿਆ, ਆਪਾਂ ਰੀ ਐਗਜ਼ਾਮ ਲਿਖਣਾ। ਰੀ ਐਗਜ਼ਾਮ ਦੀ ਸਟ੍ਰੈਟਜੀ ਆਪਣੀ, ਕਿਉਂਕਿ ਇਹ ਠੀਕ ਹੈ ਜੀ, ਇਹ ਕੀ ਹੈ, ਇਹ ਰੀ ਐਗਜ਼ਾਮ ਹੈ। ਤਾਂ ਹੁਣ ਦੇਖੋ ਕਰਨਾ ਕਿਵੇਂ, ਦੇਖੋ ਤੁਹਾਨੂੰ ਪਤਾ ਹੀ ਹੈ 5-6 ਟੌਪਿਕ ਨੇ ਜਿਹੜੇ 5-6 ਚੀਜ਼ਾਂ ਨੇ। ਇੱਕ ਵਾਰ ਤਾਂ ਦੇਖੋ ਸੈਸ਼ਨ ਨੂੰ ਕਰ ਦਿਓ ਸ਼ੇਅਰ, ਬਹੁਤ ਹੀ ਇੰਪੋਰਟੈਂਟ ਸੈਸ਼ਨ ਹੈ। ਠੀਕ ਹੈ, ਪਹਿਲਾਂ ਤਾਂ ਇਹਨੂੰ ਕਰ ਦਿਓ ਸ਼ੇਅਰ ਖਿੱਚ ਕੇ। ਤਾਂ ਜੀ ਇੰਪੋਰਟੈਂਟ ਸੈਸ਼ਨ ਕਿਵੇਂ ਹੈ, ਕਿਉਂਕਿ ਦੇਖੋ ਸਬ ਇੰਸਪੈਕਟਰ ਦਾ ਰੀ ਐਗਜ਼ਾਮ ਹੋਣਾ, ਕੋਈ ਛੋਟੀ ਗੱਲ ਤਾਂ ਹੈ ਨਹੀਂ। ਸਬ ਇੰਸਪੈਕਟਰ ਦਾ ਰੀ ਐਗਜ਼ਾਮ ਹੋਣਾ, ਇੰਟੈਲੀਜੈਂਸ ਅਸਿਸਟੈਂਟ ਦਾ ਰੀ ਐਗਜ਼ਾਮ ਹੋਣਾ। ਤਾਂ ਚੱਕਰ ਕੀ ਹੈ, ਹੁੰਦਾ ਕੀ ਹੈ ਤੁਹਾਨੂੰ ਪਤਾ ਹੀ ਹੈ 5-6 ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਮੈਥਸ ਹੋ ਗਈ, ਰੀਜ਼ਨਿੰਗ ਹੋ ਗਈ, ਇੰਗਲਿਸ਼ ਹੋ ਗਿਆ, ਕੰਪਿਊਟਰ ਹੋ ਗਿਆ, ਪੰਜਾਬੀ ਹੋ ਗਈ ਤੇ ਜੀਕੇ ਹੋ ਗਈ। ਆਪਣੀ ਜੀਕੇ ਸਭ ਤੋਂ ਵੱਡਾ ਹੁੰਦਾ, ਤੁਹਾਨੂੰ ਪਤਾ ਹੀ ਜੀਕੇ ਵਿੱਚ ਪੰਜਾਬ ਜੀਕੇ ਪੁੱਛ ਲੈਂਦੇ ਨੇ, ਸਟੈਟਿਕ ਜੀਕੇ ਪੁੱਛ ਲੈਂਦੇ ਨੇ, ਪੰਜਾਬ ਜੀਕੇ, ਸਟੈਟਿਕ ਜੀਕੇ ਤੇ ਕਰੰਟ ਅਫੇਅਰ ਦਾ ਬਹੁਤ ਵੱਡਾ ਉਹਦੇ ਅੰਦਰ ਰੋਲ ਰਹਿੰਦਾ ਹੈ। ਤਾਂ ਆਪਾਂ ਉਹਨੂੰ ਕਿਸ ਤਰ੍ਹਾਂ ਅੱਗੇ ਫਿਗਰ ਆਊਟ ਕਰਨਾ ਹੈ, ਕਿਵੇਂ ਆਪਾਂ ਅੱਗੇ ਵਧਣਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਤਾਂ ਜੀ ਪਹਿਲਾਂ ਸਭ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ, ਰੀ ਐਗਜ਼ਾਮ ਹੋ ਰਿਹਾ ਹੈ, ਬਾਰ-ਬਾਰ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ। ਇੱਕ ਸਾਰੇ ਧਿਆਨ ਰੱਖੋ, ਰੀ ਐਗਜ਼ਾਮ ਤੇ ਜਿਹੜੇ ਕੋਡ ਆਫ ਕੰਡਕਟ ਦੀ ਆਪਾਂ ਗੱਲ ਕਰਦੇ ਹਾਂ, ਕੋਡ ਆਫ ਕੰਡਕਟ ਦਾ ਮਤਲਬ ਕੀ ਹੈ, ਇਹ ਤੋਂ ਬਾਅਦ ਨਵੀਂ ਵੈਕੈਂਸੀ ਨਹੀਂ ਆਊਗੀ। ਠੀਕ ਹੈ, ਇਹ ਇੱਕ ਤੁਸੀਂ ਚੀਜ਼ ਧਿਆਨ ਰੱਖਣੀ, ਨਵੀਂ ਵੈਕੈਂਸੀ ਨਹੀਂ ਆਊਗੀ, ਬਟ ਜਿਹੜੀ ਪੁਰਾਣੀ ਆਲਰੇਡੀ ਨਿਕਲ ਚੁੱਕੀਆਂ ਨੇ, ਜਿਨ੍ਹਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ, ਉਹ ਪੂਰੀ ਹੋਣਗੀਆਂ। ਇਹਨਾਂ ਦਾ ਤਾਂ ਪੇਪਰ ਵੀ ਹੋ ਚੁੱਕਿਆ, ਤਾਂ ਪੇਪਰ ਹੋਣ ਤੋਂ ਬਾਅਦ ਕੈਂਸਲ ਹੋਈ ਤਾਂ ਇਹ ਤਾਂ ਓਬਵੀਅਸ ਜੀ ਗੱਲ ਹੈ, ਹੋਊਗੀ। TSS ਦਾ ਵੀ ਬਹੁਤ ਛੇਤੀ ਹੋਊਗਾ। ਦੇਖੋ ਜੀ TSS ਬਾਰੇ ਵੀ ਇਹੀ ਹੈ, ਦੇਖੋ ਤਿੰਨੇ ਪੇਪਰ ਨੇ, ਦੇਖੋ TSS ਹੋ ਗਿਆ, ਠੀਕ ਹੈ ਜੀ, SI ਹੋ ਗਿਆ ਤੇ ਤੀਜਾ ਟੈਕਨੀਕਲ ਅਸਿਸਟੈਂਟ ਦਾ ਹੋ ਗਿਆ। ਇਹ ਤਿੰਨੇ ਪੇਪਰਾਂ ਦੀ ਇੱਕੋ ਜਿਹੀ ਸਟ੍ਰੈਟਜੀ ਹੈ, ਕਿਉਂਕਿ ਪੇਪਰ ਪੈਟਰਨ ਤਿੰਨਾਂ ਦਾ ਕੀ ਹੈ, ਸਿਮਿਲਰ ਜਿਹਾ ਪੇਪਰ ਪੈਟਰਨ ਹੈ। ਠੀਕ ਹੈ ਜੀ, ਤਾਂ ਦੇਖੋ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪਹਿਲਾਂ ਗੱਲ ਕਰਦੇ ਜੀ ਮੈਥਸ ਬਾਰੇ। ਪਹਿਲਾਂ ਲਿਖ ਹੀ ਲੈਣਾ ਮੈਂ ਕਿਹੜੇ ਨੇ। ਮੈਥਸ ਹੈ ਜੀ ਤੁਹਾਡੀ ਰੀਜ਼ਨਿੰਗ ਹੋ ਜਾਂਦੀ ਹੈ, ਤੁਹਾਡੀ ਅੰਗਰੇਜ਼ੀ ਹੋ ਜਾਂਦੀ ਹੈ, ਸਾਡਾ ਫੇਵਰੇਟ ਸਬਜੈਕਟ ਜਿਹੜਾ ਇੰਗਲਿਸ਼ ਹੋ ਜਾਂਦਾ। ਠੀਕ ਹੈ ਜੀ, ਸਾਡੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਹੋ ਜਾਂਦੀ ਹੈ, ਥੋੜੀ ਬਹੁਤੀ ਕੰਪਿਊਟਰ ਹੋ ਜਾਂਦੀ ਹੈ ਤੇ ਐਂਡ 'ਚ ਬਚਦਾ ਹੈ ਜੀਕੇ। ਜੀਕੇ ਵਿੱਚ ਦੇਖੋ ਤਿੰਨ ਚੀਜ਼ਾਂ ਆਉਂਦੀਆਂ ਨੇ, ਪੰਜਾਬ ਦਾ ਜੀਕੇ, ਇੰਡੀਆ ਦਾ ਜੀਕੇ ਤੇ ਤੀਜਾ ਆਉਂਦਾ ਕਰੰਟ ਅਫੇਅਰ। ਹੁਣ ਇਹਦੇ ਬਾਰੇ ਇੱਕ ਇੱਕ ਕਰਕੇ ਗੱਲ ਕਰਦੇ ਆ, ਕਰਨਾ ਕੀ ਹੈ, ਕਿਵੇਂ ਕਰਨਾ, ਕੀ ਨਹੀਂ ਕਰਨਾ। ਠੀਕ ਹੈ, ਕਦੋਂ ਤੱਕ ਤਾਂ ਇਹ ਦੇਖੋ ਕਦੇ ਵੀ ਹੋ ਸਕਦਾ, ਅੱਜ ਰਾਤ ਨੂੰ ਵੀ ਇਹ ਆ ਸਕਦੀ ਨੋਟੀਫਿਕੇਸ਼ਨ ਵੀ 10 ਦਿਨ ਬਾਅਦ ਪੇਪਰ ਹੈ, ਕੱਲ ਵੀ ਆ ਸਕਦੀ ਹੈ। ਤਾਂ ਆਪਾਂ ਸਾਡਾ ਕੰਮ ਕੀ ਹੈ, ਇਹ ਨਾ ਸੋਚੋ ਵੀ ਜੇ ਮੈਂ ਤੁਹਾਨੂੰ ਮੰਨ ਲਓ 10 ਦਿਨ ਦਾ ਵੀ ਜਨਵਰੀ 'ਚ ਪੇਪਰ ਹੈ, ਤੁਸੀਂ ਕੀ ਹੁਣ ਦਸੰਬਰ ਦਾ ਵੇਟ ਕਰੋਗੇ ਤਿਆਰੀ ਕਰਨ ਦੀ? ਨਹੀਂ ਨਾ, ਪਹਿਲਾਂ ਕਰੋਗੇ ਤਿਆਰੀ ਨਾ। ਤਾਂ ਤਿਆਰੀ ਦੇਖੋ ਸਾਨੂੰ ਪਹਿਲਾਂ ਰੱਖਣੀ ਪੈਣੀ ਹੈ। ਕਿਉਂ? ਦੇਖੋ ਹੁਣ ਪਹਿਲਾਂ ਜੀ ਮੈਥਸ ਦੀ ਗੱਲ ਕਰੀਏ ਆਪਾਂ। ਮੈਥਸ ਕੀ ਕੁਛ ਆਉਂਦਾ, ਬੇਸਿਕ ਜੀ ਗੱਲ ਹੈ। ਸਭ ਤੋਂ ਪਹਿਲਾਂ ਤੁਹਾਨੂੰ ਅਰਿਥਮੈਟਿਕ ਆਉਣਾ ਬਹੁਤ ਜ਼ਰੂਰੀ ਹੈ, ਅਰਿਥਮੈਟਿਕ। ਠੀਕ ਹੈ ਜੀ, ਅਰਿਥਮੈਟਿਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਅਰਿਥਮੈਟਿਕ 'ਚ ਕੀ ਕੁਛ ਆਉਂਦਾ, ਸਭ ਕੁਛ ਆਉਂਦਾ। ਅਰਿਥਮੈਟਿਕ 'ਚ ਪਰਸੈਂਟੇਜ ਹੋ ਗਿਆ, ਰੇਸ਼ੋ ਹੋ ਗਿਆ ਤੇ ਟਾਈਮ ਐਂਡ ਵਰਕ ਹੋ ਗਿਆ, ਟਾਈਮ ਐਂਡ ਡਿਸਟੈਂਸ ਹੋ ਗਿਆ, ਐਵਰੇਜ ਹੋ ਗਈ। ਇਹ ਕੁਛ ਨੇ ਜਿਹੜੇ ਇੰਪੋਰਟੈਂਟ ਟੌਪਿਕ ਨੇ। ਤਾਂ ਤੁਹਾਡੇ ਕੋਲ ਜਿੰਨਾ ਹੁਣ ਟਾਈਮ ਹੈ, ਤੁਸੀਂ ਜੇ ਕਰ ਸਕਦੇ ਹੋ ਤਾਂ ਇੱਕ ਤਾਂ ਆਪਣੇ ਕੰਸੈਪਟ ਰਿਵਾਈਜ਼ ਕਰ ਲਓ, ਕਿਉਂਕਿ ਸਾਨੂੰ ਹਜੇ ਨਹੀਂ ਪਤਾ। ਤੇ ਜਿਨ੍ਹਾਂ ਦਾ ਕੰਸੈਪਟ ਓਕੇ ਨੇ, ਉਹਨਾਂ ਦਾ ਕੰਮ ਕੀ ਹੈ, ਸਿਰਫ ਟੈਸਟ ਸੀਰੀਜ਼ ਦੇਣਾ ਇਸ ਟਾਈਮ, ਸਿਰਫ ਟੈਸਟ ਸੀਰੀਜ਼। ਮੈਂ ਨਹੀਂ ਕਹਿੰਦਾ ਅੱਡਾ ਤੋਂ ਬਾਏ ਕਰੋ, ਮੈਂ ਨਹੀਂ ਕਹਿੰਦਾ ਉੱਥੋਂ ਬਾਏ ਕਰੋ, ਮੇਰਾ ਕੋਡ ਲਾ ਲਓ, ਇਹ ਕਰ ਲਓ, ਉਹ ਕਰ ਲਓ। ਟੈਸਟ ਸੀਰੀਜ਼ ਲਓ, ਕਿਤੋਂ ਵੀ ਕਰੋ, YouTube ਤੋਂ ਕਿਸੇ ਹੋਰ ਦੀ ਵੀਡੀਓ ਚੱਕ ਕੇ ਦੇਖ ਲਓ। ਤੁਸੀਂ ਕਰਨਾ ਕੀ ਹੈ, ਸਿਰਫ ਟੈਸਟ ਸੀਰੀਜ਼ ਲੈਣੀ ਹੈ। ਹੁਣ ਆਪਾਂ ਰੀਜ਼ਨਿੰਗ ਦੀ ਗੱਲ ਕਰੀਏ, ਰੀਜ਼ਨਿੰਗ 'ਚ ਹੈ ਕਿ ਦੇਖੋ ਸੀਟਿੰਗ ਅਰੇਂਜਮੈਂਟ ਦਾ 1-2 ਸਵਾਲ ਹੀ ਆਉਂਦੇ ਨੇ। ਸੀਟਿੰਗ ਅਰੇਂਜਮੈਂਟ ਦਾ ਆ ਗਿਆ, ਠੀਕ ਹੈ ਜੀ, ਰੈਂਕਿੰਗ ਦਾ ਆ ਗਿਆ। ਸਭ ਤੋਂ ਫੇਵਰੇਟ ਸਵਾਲ ਕਿਹੜੇ ਆਪਣੇ ਪੰਜਾਬ 'ਚ, ਐਲਫਾਬੈਟ ਵਾਲੇ ਜਿਹੜੇ ਹੁੰਦੇ ਆ, ਐਲਫਾਬੈਟ ਵਾਲੇ। ਹੋਰ ਕੀ, ਬਲੱਡ ਰਿਲੇਸ਼ਨ ਕਿੰਨਾ ਫੇਵਰੇਟ ਟੌਪਿਕ ਹੈ ਲੋਕਾਂ ਦਾ, ਬਲੱਡ ਰਿਲੇਸ਼ਨ ਬਹੁਤ ਫੇਵਰੇਟ ਹੈ, ਡਾਇਰੈਕਸ਼ਨ ਬਹੁਤ ਫੇਵਰੇਟ ਟੌਪਿਕ ਹੈ, ਤੇ ਸਿਲੋਜਿਜ਼ਮ। ਇਹ ਕੁਛ ਨਾ ਦੇਖੋ ਮੇਨ ਟੌਪਿਕ ਦੱਸ ਰਿਹਾ ਤੁਹਾਨੂੰ, ਇਹ ਤਾਂ ਕਰਨੇ ਬਾਕੀ ਤਾਂ ਦੇਖੋ ਤੁਸੀਂ ਕਰਨਾ ਹੈ ਹੀ ਹੈ। ਇਹ ਮੈਂ ਮੇਨ ਦੱਸ ਰਿਹਾ, ਤੁਸੀਂ ਕਰਨਾ ਕਿਵੇਂ ਹੈ, ਕੀ ਕਰਨਾ ਕੀ ਨਹੀਂ ਕਰਨਾ। ਠੀਕ ਹੈ ਜੀ, ਇੰਗਲਿਸ਼ ਦੀ ਗੱਲ ਕਰੀਏ, ਇੰਗਲਿਸ਼ ਦਾ ਤੁਹਾਨੂੰ ਪਤਾ ਇੱਕ ਕੰਪਰੀਹੈਂਸ਼ਨ ਆਊਗਾ। ਠੀਕ ਹੈ, ਕੰਪਰੀਹੈਂਸ਼ਨ ਦੇ ਨਾਲ ਆਊਗੀ ਐਰਰ ਕੱਢਣਾ। ਠੀਕ ਹੈ ਜੀ, ਜੇ ਪੈਰਾਗ੍ਰਾਫ ਹੁੰਦਾ, ਪੈਰਾਗ੍ਰਾਫ ਦੇ ਅੰਦਰ 7-8 ਉਹਨਾਂ ਨੇ ਵੈਕੈਂਟ ਫਿਲ ਇਨ ਦਾ ਬਲੈਂਕਸ ਦਿੱਤੇ ਹੁੰਦੇ ਆ, ਤੁਹਾਨੂੰ ਉਹ ਭਰਨੇ ਹੁੰਦੇ ਆ। ਤੁਸੀਂ ਇਹਦੇ ਵੱਲ ਵੀ ਧਿਆਨ ਰੱਖਣਾ ਵੀ ਕਿਵੇਂ ਭਰਨਾ, ਕਿਹੜੇ ਕਰਨੇ ਆ, ਕਿੱਥੋਂ ਕਰਨਾ। ਇਨ ਦੀ ਐਂਡ ਉਹੀ ਗੱਲ ਹੈ, ਟੈਸਟ ਸੀਰੀਜ਼। ਦੇਖੋ ਜਿਹੜੇ ਤਿਆਰੀ ਕਰ ਰਹੇ ਨੇ, ਨਵੀਂ ਸ਼ੁਰੂ ਕੀਤੀ ਹੈ, ਜਿਹੜੇ ਪੁਰਾਣੇ ਕਰ ਰਹੇ ਨੇ, ਦੇਖੋ ਟੈਸਟ ਸੀਰੀਜ਼ ਉਹਨਾਂ ਲਈ ਜ਼ਰੂਰੀ ਹੈ। ਜਿਹੜੇ ਪੁਰਾਣੇ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਟੈਸਟ ਸੀਰੀਜ਼ ਦੀ ਮਹੱਤਵ ਕੀ ਹੈ, ਟੈਸਟ ਸੀਰੀਜ਼ ਦਾ।
ਤੁਹਾਨੂੰ ਬਾਰ-ਬਾਰ ਰਿਵੀਜ਼ਨ ਕਰਨ ਦੀ ਲੋੜ ਨਹੀਂ ਪੈਂਦੀ। ਤੁਸੀਂ ਕੀ ਕਰਦੇ, ਤੁਸੀਂ ਟੈਸਟ ਦਿੰਦੇ ਹੋ, ਤੁਹਾਡੇ ਪੁਰਾਣੇ ਜਿਹੜੇ ਕਨਸੈਪਟ ਨੇ ਰਿਵਾਈਜ਼ ਹੋਈ ਜਾਂਦੇ ਤੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਮੈਂ ਅੱਗੇ ਕੀ ਕਰਾਂ, ਕਿੱਥੇ ਮੇਰੀ ਗਲਤੀ ਹੋ ਰਹੀ ਹੈ, ਕਿੱਥੇ ਮੈਂ ਹੋਰ ਸੁਧਾਰ ਕਰ ਸਕਦਾ। ਤੇ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਦਾ ਕੀ ਹੈ, ਦੇਖੋ ਕੰਮ ਉਹ ਪਰਸੈਂਟੇਜ ਤੇ ਰੇਸ਼ੋ ਕਰਨ, ਟੈਸਟ ਸੀਰੀਜ਼ ਲਾਣ, ਸਿਰਫ ਉਹਦੇ ਕੋ ਸਵਾਲ ਕਰ ਲਓ, ਭਾਵੇਂ ਟੈਸਟ ਸੀਰੀਜ਼ ਲਾ ਲਓ, ਫਿਰ ਬਾਅਦ ਚ ਐਨਾਲਿਸਿਸ ਚ ਜਾ ਕੇ ਵਿਊ ਸੋਲੂਸ਼ਨ, ਮੈਂ ਅੱਡਾ ਦੀ ਗੱਲ ਕਰ ਰਿਹਾ, ਉੱਥੇ ਐਨਾਲਿਸਿਸ ਜਾ ਕੇ ਵਿਊ ਸੋਲੂਸ਼ਨ ਜਦੋਂ ਕਰੋਗੇ ਉੱਥੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਡਾ ਜੇ ਗਲਤ ਹੋ ਗਿਆ, ਫਿਰ ਅੱਗੇ ਤੁਸੀਂ ਮੰਨ ਲਓ ਟਾਈਮ ਐਂਡ ਵਰਕ ਤੇ ਟਾਈਮ ਐਂਡ ਡਿਸਟੈਂਸ ਕਰ ਲਿਆ, ਤੁਸੀਂ ਉਹੀ ਉਹਦਾ ਹੀ ਜਿਹੜਾ ਤੁਸੀਂ ਟੈਸਟ ਦੇ ਚੁੱਕੇ ਹੋ ਉਹਦਾ ਐਨਾਲਿਸਿਸ ਖੋਲ ਕੇ ਉਹ ਵਾਲੇ ਕੁਐਸਚਨ ਅਟੈਂਪਟ ਕਰਕੇ ਦੇਖੋ। ਐਦਾਂ ਕਰਕੇ ਟੈਸਟ ਸੀਰੀਜ਼ ਦਾ ਬਹੁਤ ਜ਼ਿਆਦਾ ਫਾਇਦਾ। ਠੀਕ ਹੈ ਜੀ। ਪੰਜਾਬੀ ਦੀ ਗੱਲ ਕਰੀ, ਪੰਜਾਬੀ ਤੋਂ ਜ਼ਿਆਦਾ ਕੁਝ ਹੈ ਨਹੀਂ। ਪੰਜਾਬੀ ਤੇ ਸਭ ਤੋਂ ਵੱਡੀ ਚੀਜ਼ ਤਾਂ ਗ੍ਰਾਮਰ ਹੀ ਹੈ। ਇਹਦਾ ਦੇਖੋ ਤੁਹਾਨੂੰ ਕਰਨੀ ਹੀ ਪੈਣੀ, ਬੇਸਿਕ ਦੀ ਚੀਜ਼ਾਂ ਤੁਹਾਨੂੰ ਕਰਨੀ ਪੈਣੀ ਹੈ, ਕਿਉਂਕਿ ਨਾਮ ਹੋ ਗਏ, ਪੜਨਾਮ ਹੋ ਗਏ, ਕਾਰਕ ਹੋ ਗਏ, ਠੀਕ ਹੈ ਜੀ, ਕਿਰਿਆ ਵਿਸ਼ੇਸ਼ਣ ਹੋ ਗਿਆ, ਇਹ ਕੁਝ ਚੀਜ਼ਾਂ ਨੇ ਦੇਖੋ ਬੇਸਿਕ ਨਾ 7-8 ਚੀਜ਼ਾਂ ਨੇ, ਇਹ ਤੁਹਾਨੂੰ ਕਰਨੀ ਹੀ ਪੈਣੀਆਂ। ਠੀਕ ਹੈ ਜੀ। ਵਿਸਮਕ, ਕਾਰਕ ਵਗੈਰਾ, ਅਖੌਤਾਂ, ਇਹ ਜਿਹੜੇ ਪੰਜਾਬੀ ਵਾਲੇ ਗਗਨ ਸਰ ਨੇ ਉਹ ਕਰਾ ਰਹੇ ਨੇ, ਬਹੁਤ ਵਧੀਆ ਕਰਾ ਰਹੇ ਨੇ, ਇਹਦੇ ਵੱਲ ਧਿਆਨ ਰੱਖਣਾ। ਕੰਪਿਊਟਰ ਬਾਰੇ ਮੈਂ ਬਾਰ-ਬਾਰ ਦੱਸਦਾ ਹੁੰਦਾ, ਸਵੇਰੇ ਵੀ ਦੱਸਿਆ ਮੈਂ, ਲੂਸੈਂਟ ਦੀ ਆਉਂਦੀ ਇੱਕ ਜੀ, ਲੂਸੈਂਟ ਦੀ ਕੰਪਿਊਟਰ ਦੀ ਬੁੱਕ ਆਉਂਦੀ ਇੱਕ, ਲੂਸੈਂਟ ਦੇਖੋ ਕੰਪਿਊਟਰ ਦੀ ਬੁੱਕ ਆਉਂਦੀ ਹੈ, ਉਹਦੇ ਅੰਦਰ सब कुछ ਦਿੱਤਾ ਹੋਇਆ ਐਕਸੈਪਟ ਸ਼ਾਰਟਕਟ ਕੀਜ਼। शॉर्टकट कीज नहीं है उसके अंदर, ਉਹਦੇ ਅੰਦਰ ਪੁਰਾਣੇ ਉਹ ਤੋਂ ਦਿੱਤੀ ਹੋਈ ਹੈ। ਤੇ ਹੁਣ ਆ ਚੁੱਕਾ ਹੈ ਕਿਹੜਾ, MS वर्ड आ चुका है 19, MS 2019 आ चुका है। ਤੇ ਜਦੋਂ ਗੂਗਲ ਵੀ ਕਰੋਗੇ ਨਾ ਉੱਤੇ ਕਰਨਾ ਤੁਸੀਂ ਕਿਹੜਾ MS 2019 ਕਰਨਾ ਤੁਸੀਂ ਗੂਗਲ, MS 2019 ਕਰਨਾ ਤੁਸੀਂ ਗੂਗਲ। ਠੀਕ ਹੈ, 2019 ਵਾਲਾ, ਕਿਉਂਕਿ ਬੁੱਕ 'ਚ ਦਿੱਤਾ ਉਹਨਾਂ ਨੇ 2004 ਪਤਾ ਨਹੀਂ 2007 ਵਾਲਾ, ਤਾਂ ਇਹ ਨਹੀਂ ਕਰਨਾ। ਠੀਕ ਹੈ ਜੀ। ਟੈਸਟ ਨਹੀਂ ਅਪਲੋਡ ਹੋਏ, ਮੈਂ ਕਰਦਾ ਗੱਲ, ਸਰਪੰਚ ਟੈਨਸ਼ਨ ਨਹੀਂ ਲੈਣੀ ਤੁਸੀਂ। ਤੇ ਜੀਕੇ ਬਾਰੇ ਤੁਹਾਨੂੰ ਪਤਾ ਹੀ, ਦੇਖੋ ਕਰੰਟ ਅਫੇਅਰ ਦੀ ਮੈਂ ਗੱਲ ਕਰ ਸਕਦਾ, ਬਾਕੀ ਮੈਂ ਤਾਂ ਕਰ ਨਹੀਂ ਸਕਦਾ। ਕਰੰਟ ਅਫੇਅਰ ਦੀ ਗੱਲ ਕਰਦਾ, ਜਿਹੜਾ PSPCL ਦਾ ਪੇਪਰ ਹੈ, ਦੇਖੋ ਜੀ 80% ਸਵਾਲ ਆਪਣੇ ਕਰਾਏ ਹੋਏ ਆ ਗਏ ਪਿਛਲੇ ਕਿੰਨੇ 10 ਲੈਕਚਰਾਂ 'ਚ, 80% ਸਵਾਲ ਆਪਣੇ ਕਰਾਏ ਹੋਏ ਆ ਗਏ। ਮੈਂ ਇਹਦੇ ਬਾਰੇ ਗੱਲ ਕਰ ਸਕਦਾ। ਬਾਕੀ ਇੰਡੀਆ ਦਾ ਜੀਕੇ ਗਗਨ ਸਰ ਕਰਾ ਰਹੇ ਨੇ ਵਧੀਆ, ਤੇ ਅਰਮਾਨ ਸਰ ਪੰਜਾਬ ਦਾ ਜੀਕੇ ਕਰਾ ਰਹੇ ਨੇ। ਤੇ ਹੁਣ ਕਰਨਾ ਕਿਵੇਂ, ਅਟੈਂਪਟ ਕਿਵੇਂ ਕਰਨਾ, ਕਿਵੇਂ ਆਪਾਂ ਅੱਗੇ ਵਧੀਏ, ਕੀ ਕਰਨਾ। ਦੇਖੋ ਹੁਣ ਆਪਾਂ ਕਹਿੰਦੇ ਹੁੰਦੇ ਵੀ ਮੈਥਸ ਤੇ ਰੀਜ਼ਨਿੰਗ ਸਾਨੂੰ ਥੋੜਾ ਟਫ ਲੱਗਦਾ, ਤੇ ਪੇਪਰ ਦੀ ਵੇਟੇਜ ਬਹੁਤ ਜ਼ਿਆਦਾ ਆਉਂਦੀ ਹੈ ਮੈਥਸ ਤੇ ਰੀਜ਼ਨਿੰਗ ਦੀ। ਠੀਕ ਹੈ ਜੀ। ਸੌਖਾ ਕਿਹੜਾ ਲੱਗਦਾ ਤੁਹਾਨੂੰ? ਜੇ ਤੁਹਾਨੂੰ ਪੰਜਾਬੀ ਸੌਖਾ ਲੱਗਦਾ, ਪਹਿਲਾਂ ਇਹ ਵਾਲਾ ਦੇਖੋ, ਪਹਿਲਾਂ ਤੁਸੀਂ ਨਾ ਪੇਪਰ ਦੇਖ ਲਓ ਕਿਵੇਂ ਆਇਆ, ਅੱਗੇ ਨਾ ਸਕਿਪ ਕਰਕੇ ਨਾ ਪੇਪਰ ਚੈੱਕ ਕਰ ਲਓ ਵੀ ਕਿੱਥੇ ਤੱਕ। ਇੱਕ ਤਾਂ ਜੇ ਤਾਂ ਦੇਖੋ ਸਵਾਲ ਸ਼ਫਲ ਆ ਗਏ, ਫਿਰ ਤਾਂ ਤੁਹਾਡਾ ਚੱਕਰ ਹੀ ਕੋਈ ਨਹੀਂ, ਸਕਿਪ ਕੀਤਾ, ਜਿਹੜਾ ਤੁਹਾਨੂੰ ਸਵਾਲ ਆਉਂਦਾ ਹੈ ਉਹ ਕਰਨਾ। ਪਹਿਲਾਂ ਜੇ ਤੁਹਾਨੂੰ ਮੈਥਸ ਟਫ ਲੱਗਦੀ ਹੈ, ਮੈਥ ਦਾ ਸਵਾਲ ਦੇਖਦੇ ਹੀ ਭਾਵੇਂ ਤੁਹਾਨੂੰ ਲੱਗਦਾ ਮੈਂ ਕੀਤਾ ਹੋਇਆ ਇਹੋ ਜਿਹਾ, ਤੁਸੀਂ ਉਹ ਸਵਾਲ ਕਰਨਾ ਹੀ ਨਹੀਂ ਹੈ। ਜੇ ਤੁਹਾਨੂੰ ਮੈਥਸ ਟਫ ਲੱਗਦੀ ਹੈ, ਤੁਹਾਨੂੰ ਰੀਜ਼ਨਿੰਗ ਜੇ ਟਫ ਲੱਗਦੀ ਹੈ ਤਾਂ ਤੁਸੀਂ ਅੱਗੇ ਵਧੇ ਚਲੋ, ਜਿਹੜਾ ਰੀਜ਼ਨਿੰਗ ਦਾ ਸਵਾਲ ਆਉਂਦਾ ਤੁਸੀਂ ਕਰਨਾ ਹੀ ਨਹੀਂ ਹੈ। ਜਦੋਂ ਇੱਕ ਵਾਰ ਤੁਸੀਂ 100 ਕੁਐਸਚਨ ਟੱਪ ਕੇ ਫਿਰ ਪਤਾ ਲੱਗਿਆ ਕਿ ਚਲੋ ਠੀਕ ਹੈ, ਹੁਣ ਜਿਹੜੇ ਮੈਨੂੰ ਆਉਂਦੇ ਸੀ ਉਹ ਕਰ ਲਏ, ਉਹ ਤੋਂ ਬਾਅਦ ਜਿਹੜੇ ਛੱਡੇ ਹੋਏ ਨੇ ਉਹਨਾਂ ਨੂੰ ਹੱਥ ਪਾਓ। ਤਾਂ ਜੀ ਮੈਥਸ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ, ਰੀਜ਼ਨਿੰਗ ਬਹੁਤ ਇੰਪੋਰਟੈਂਟ ਹੈ, ਇੰਗਲਿਸ਼ ਇਹ ਦੇਖੋ ਗੱਲ ਬਣਾ ਵੀ ਦਿੰਦੀ ਹੈ, ਗੱਲ ਖਤਮ ਵੀ ਕਰ ਦਿੰਦੀ ਹੈ। ਤੇ ਕੰਪਿਊਟਰ ਤਾਂ ਮੈਂ ਵਾਰ-ਵਾਰ ਕਹੀ ਜਾਣਾ, ਕੰਪਿਊਟਰ ਦਾ ਦੇਖੋ ਤੁਹਾਨੂੰ ਕਰਨਾ ਹੀ ਪੈਣਾ। ਬੁੱਕ ਮੈਂ ਤੁਹਾਨੂੰ ਦੱਸਤੀ, ਲੂਸੈਂਟ ਦੀ ਕੰਪਿਊਟਰ ਦੀ ਆਉਂਦੀ ਹੈ, ਸ਼ਾਰਟਕਟ ਕੀਜ਼ ਬਸ ਤੁਹਾਨੂੰ ਅੱਡ ਤੋਂ ਕਰਨੀ ਪੈਣੀ। ਠੀਕ ਹੈ ਜੀ। ਤੇ ਜੀਕੇ ਕਰੰਟ ਅਫੇਅਰ ਦੇਖੋ, ਕਰੰਟ ਅਫੇਅਰ ਦੀ ਮੈਂ ਪੂਰੀ ਜ਼ਿੰਮੇਵਾਰੀ ਲਈ ਹੋਈ ਹੈ। ਹਜੇ ਵੀ ਉਹੀ ਕਹਿ ਰਹਾ ਮੈਂ, 80% ਸਵਾਲ ਸਾਡੇ ਕਿਰਾਏ ਤੋਂ ਆਉਂਗੇ। ਕੱਲ ਤੋਂ ਆਪਾਂ ਟੌਪ 1000 ਕੁਐਸਚਨ ਦੀ ਸੀਰੀਜ਼ ਸ਼ੁਰੂ ਕਰ ਰਹੇ ਹਾਂ। ਕੀ ਕਰ ਰਹੇ ਹਾਂ ਆਪਾਂ? ਕੱਲ ਤੋਂ ਆਪਾਂ ਕਰ ਰਹੇ ਹਾਂ ਜੀ ਇੱਕ ਟੌਪ 1000 ਕੁਐਸਚਨ ਦੀ ਸੀਰੀਜ਼ ਸ਼ੁਰੂ ਕਰ ਰਹੇ ਹਾਂ। 20 ਦਿਨ ਚੱਲੂਗੀ ਇਹ ਸੀਰੀਜ਼। ਇਹ PSSSB ਲਈ ਕਰ ਰਹੇ ਹਾਂ ਆਪਾਂ, ਬਟ ਨਾਲ ਇਹਦੇ ਨਾਲ ਇਹ SI ਲਈ ਵੀ ਓਕੇ ਹੈ, ਇਹ ਜਿਹੜਾ ਇੰਟੈਲੀਜੈਂਸ ਅਸਿਸਟੈਂਟ ਵਾਲਾ ਉਹਦੇ ਲਈ ਵੀ ਓਕੇ ਹੋਊਗਾ। ਤੇ ਹੋਰ ਕਿਹੜਾ ਪੇਪਰ ਆ ਰਿਹਾ ਆਪਣਾ, ਤੇ ਨਾਇਬ ਤਹਿਸੀਲਦਾਰ ਆ ਰਿਹਾ, ਉਹਦੇ ਲਈ ਵੀ ਓਕੇ ਹੋਣਗੇ ਕਰੰਟ ਅਫੇਅਰ ਸਾਡੇ। ਠੀਕ ਹੈ ਜੀ। ਇਹ ਹੈ ਕੁਝ ਗੱਲਾਂ। ਤਾਂ ਜੀ ਹੁਣ ਪੁੱਛੋ ਕੀ ਸਵਾਲ ਪੁੱਛਣਾ, ਤੁਹਾਨੂੰ ਦੱਸਤਾ ਮਾੜਾ ਦਾ ਕੀ ਕਰਨਾ। TCS ਨੇ ਲਾਓ ਜਾਂ ਕੋਈ ਹੋਰ ਏਜੰਸੀ। ਯਾਰ TCS ਦਾ ਹੁਣ ਔਖਾ ਲੱਗਦਾ, ਕਿਉਂਕਿ ਕਈ ਆਪਾਂ ਅਫਵਾਹਾਂ ਤਾਂ ਪੜ੍ਹੀਆਂ ਨੇ, ਬਟ ਅਫਵਾਹਾਂ ਤੇ ਆਪਾਂ ਵਿਸ਼ਵਾਸ ਕਰੀਏ ਨਾ ਕਰੀਏ, ਬਟ ਇਸ ਟਾਈਮ ਕਹਿੰਦੇ ਆਫਲਾਈਨ ਪੇਪਰ ਹੋਣ ਦੇ ਜ਼ਿਆਦਾ ਚਾਂਸਿਸ ਨੇ। ਜਸਵਿੰਦਰ ਕੌਰ ਜੇ ਕਰ ਸਕਦੇ ਹੋ ਤਾਂ ਹਾਂ ਬਹੁਤ ਵਧੀਆ ਹੈ। ਅਪਡੇਟ ਜਿਹੜੇ ਅੱਡਾ 24/7 ਐਪ ਤੇ ਹੁੰਦੇ ਬਹੁਤ ਜ਼ਿਆਦਾ ਹੁੰਦੇ, ਕਰ ਸਕਦੇ ਹੋ ਬਹੁਤ ਵਧੀਆ। ਬਾਕੀ ਜੇ ਤੁਸੀਂ ਪੰਜਾਬੀ 'ਚ ਕਰਨਾ ਹੋਵੇ ਤਾਂ ਅਜੇ 8 ਵਜੇ ਮੇਰੀ ਕਲਾਸ ਹੁੰਦੀ ਹੈ ਕਰੰਟ ਅਫੇਅਰ, ਤੁਹਾਨੂੰ ਪਤਾ ਹੀ ਹੈ। ਆਪਾਂ ਰੈਪਿਡ ਫਾਇਰ ਕਰਾਉਣ ਲੱਗੇ ਹਾਂ, ਟੌਪ 1000 ਕੁਐਸਚਨ, ਸਾਰੇ ਇੰਪੋਰਟੈਂਟ ਕੁਐਸਚਨ। ਕਦੋਂ ਤੋਂ ਕਦੋਂ ਤੱਕ ਦੇ ਹੋਣੇ ਇਹ? ਮਈ ਤੋਂ ਲੈ ਕੇ ਨਵੰਬਰ ਤੱਕ ਦੇ। ਤੇ ਜਿਹੜੇ ਅੱਜ ਕੱਲ੍ਹ ਦੇ ਰਹਿ ਗਏ ਨੇ ਸਵਾਲ, ਮੈਂ ਅੱਜ ਕੱਲ੍ਹ ਡੇਲੀ ਦੇ ਜਿਹੜੇ 6-7 ਮੇਨ ਕਰੰਟ ਅਫੇਅਰ ਹੁੰਦੇ ਪਹਿਲਾਂ ਉਹ ਕਰਾਇਆ ਕਰੂੰਗਾ, ਫਿਰ 40 to 50 ਕੁਐਸਚਨ ਕਰਾਣੇ, ਤੇ 20-25 ਕਲਾਸਾਂ ਨੇ ਤੁਹਾਨੂੰ 1000 ਕੁਐਸਚਨ ਕਰਾ ਦੇਣਾ। ਠੀਕ ਹੈ। ਹੋਰ ਪੁੱਛੋ। ਕੰਪਿਊਟਰ ਬਹੁਤ ਹਾਈ ਲੈਵਲ ਆਊਗਾ ਸਰ? ਹਾਈ ਲੈਵਲ ਨਹੀਂ ਆਉਂਦਾ ਕੁਝ, ਹਾਈ ਹੋਈ ਲੈਵਲ ਕੁਝ ਨਹੀਂ ਹੁੰਦਾ, ਇਹ ਤੁਹਾਡੀ ਤਿਆਰੀ ਤੇ ਹੁੰਦਾ। ਤੁਸੀਂ ਜਿੰਨੀ ਤਿਆਰੀ ਕੀਤੀ ਹੋਵੇ, ਤੁਸੀਂ ਸ਼ਾਰਟਕਟ ਕੀਜ਼ ਮੰਨ ਲਓ, ਤੁਸੀਂ ਕੱਟ ਕਾਪੀ ਪੇਸਟ ਤੇ ਡੁਪਲੀਕੇਟ ਵਾਲੀ ਪੜ੍ਹ ਕੇ ਗਏ ਹੋ, ਤੇ ਉਹਨਾਂ ਨੇ ਪੁੱਛ ਲਿਆ ਵੀ ਰੀਨੇਮ ਕਰਨਾ, ਨਵਾਂ ਫਾਈਲ ਕਿਵੇਂ ਖੋਲਣੀ ਹੈ, ਤਾਂ ਤੁਹਾਨੂੰ ਔਖਾ ਲੱਗਦਾ। ਜੇ ਤੁਸੀਂ ਸ਼ਾਰਟਕਟ ਕੀਜ਼ ਐਨ ਵਧੀਆ ਰੱਟ ਕੇ ਗਏ ਹੋ, ਵਾਰ-ਵਾਰ ਤੁਸੀਂ ਪੜ੍ਹੇ ਹੋਏ, ਆਪਣੀ ਨਜ਼ਰਾਂ ਦੇ ਸਾਹਮਣੇ ਤੁਸੀਂ ਰਿਵੀਜ਼ਨ ਕੀਤੀ ਹੋਈ ਹੈ, ਤੇ ਟੈਸਟ ਸੀਰੀਜ਼ ਤੁਸੀਂ ਅਟੈਂਪਟ ਕੀਤੇ ਕੁਐਸਚਨ, ਤੁਹਾਨੂੰ ਲੱਗਾ ਕਿ ਬਹੁਤ ਹੀ ਘਟੀਆ ਪੇਪਰ ਆਇਆ ਸੀ। ਹਾਈ ਲੈਵਲ ਕੁਝ ਨਹੀਂ ਹੁੰਦਾ, ਹਾਈ ਲੋ ਲੈਵਲ ਸਾਡੀ ਤਿਆਰੀ ਤੇ ਡਿਪੈਂਡ ਕਰਦਾ। ਹੋਰ ਪੁੱਛੋ।
ਸਰਪੰਚ ਮੈਂ ਕਰਦਾ ਗੱਲ, ਮੈਂ ਥੋੜਾ ਜਿਹਾ ਅਜੀਬ ਲੱਗ ਰਿਹਾ, ਮੈਂ ਹੋ ਨਹੀਂ ਸਕਦਾ, ਫਿਰ ਵੀ ਮੈਂ ਕਰਦਾ ਗੱਲ, ਕੋਈ ਚੱਕਰ ਨਹੀਂ ਹੈ। FCI ਦੀਆਂ ਕਲਾਸਿਸ ਕਦੋਂ ਸਟਾਰਟ ਹੋ ਰਹੀਆਂ ਨੇ ਸਰ? ਮਨਜਿੰਦਰ ਵੀਰੇ PSSS ਵੀ ਨਾਲ ਹੀ ਹੋ ਰਹੀਆਂ ਨੇ, ਅਪਰੋਕਸੀਮੇਟਲੀ 16 ਜਾਂ 17 ਤਰੀਕ ਨੂੰ ਤੁਹਾਡੀ FCI ਦੀ ਵੀ ਇਕੱਠੇ ਹੀ ਕਲਾਸਾਂ ਸਟਾਰਟ ਹੋ ਜਾਣੀਆਂ। 800 ਮਾਰਕਸ ਦਾ ਹੀ ਹੋਊਗਾ SI ਦਾ। ਦੇਖੋ ਇਹ ਪੇਪਰ ਪੈਟਰਨ ਤਾਂ ਨਹੀਂ ਬਦਲਦੇ, ਪੇਪਰ ਪੈਟਰਨ ਨਹੀਂ ਬਦਲੂਗੇ, ਪੇਪਰ ਦਾ ਮੋਡ ਬਦਲ ਸਕਦੇ। ਪਹਿਲਾਂ ਜੀ ਆਨਲਾਈਨ ਹੋਇਆ ਸੀ, ਹੁਣ ਪ੍ਰੋਬੇਬਲੀ ਮੋਸਟ ਪ੍ਰੋਬੇਬਲੀ ਆਫਲਾਈਨ ਹੋਊਗਾ ਪੇਪਰ, ਤੇ ਇੱਕ ਪੇਪਰ ਹੋਣ ਦੀ ਉਮੀਦ ਹੈ। ਉਮੀਦ ਹੈ, ਦੇਖੋ ਉਮੀਦ, ਆਪਾਂ ਪੱਕਾ ਕੁਝ ਨਹੀਂ ਕਰ ਰਹੇ, ਉਮੀਦ ਹੈ ਇੱਕ ਪੇਪਰ ਹੋਣ ਦੀ। ਕਦੋਂ ਤੱਕ ਹੋ ਸਕਦਾ? ਆਤਮਜੋਤ ਕੌਰ ਯਾਰ ਇਹ ਨਹੀਂ ਯਾਰ ਸਾਨੂੰ ਪਤਾ ਚੱਕਰ ਕੀ ਹੈ। ਗੱਲ ਮੈਂ ਉਹੀ ਸਟਾਰਟਿੰਗ 'ਚ ਵੀ ਇਹੀ ਕਹੀ, ਜੇ ਤੁਹਾਨੂੰ ਮੈਂ ਦੱਸਤਾ ਵੀ ਜਨਵਰੀ 'ਚ ਪੇਪਰ ਹੈ, ਤੁਸੀਂ ਕਿ ਫਿਰ ਦਸੰਬਰ 'ਚ ਪੜ੍ਹਨਾ ਸ਼ੁਰੂ ਕਰੋਗੇ? ਦੇਖੋ ਆਪਣੀ ਤਿਆਰੀ ਨਾਲ ਰੱਖੋ ਵੀ ਜੇ ਤੁਹਾਡੇ ਤੋਂ ਹਫਤੇ ਬਾਅਦ ਹੀ ਪੇਪਰ ਲੈ ਲਿਆ ਜਾਵੇ, ਤੁਸੀਂ ਇਹ ਨਾ ਕਹੋ ਉਹ ਯਾਰ ਸਾਨੂੰ ਤਾਂ ਦੱਸਿਆ ਨਹੀਂ, ਪਹਿਲਾਂ ਕੈਂਸਲ ਹੋ ਗਿਆ ਸੀ ਪੇਪਰ, ਹੁਣ ਸਾਡੀ ਤਿਆਰੀ ਨਹੀਂ, ਹੁਣ ਦੱਸੋ ਕੀ ਕਰੀਏ। ਇਹ ਤੁਹਾਨੂੰ ਵੀ ਪਤਾ ਤੁਹਾਡੀ ਗਲਤੀ ਹੋਊਗੀ, ਤੁਸੀਂ ਆਪਣੇ ਅੰਦਰ ਝਾਂਕ ਕੇ ਦੇਖ ਸਕਦੇ ਹੋ, ਤੁਸੀਂ ਤਿਆਰੀ ਵਿੱਚ ਛੱਡਤੀ, ਤੁਸੀਂ ਹੋਰ ਗੱਲਾਂ 'ਚ ਅਫਵਾਹਾਂ 'ਚ ਵੜ ਗਏ ਕਿ ਪੇਪਰ ਕੈਂਸਲ ਹੋ ਸਕਦਾ, ਇਹ ਹੋ ਸਕਦਾ, ਇਹ ਨਹੀਂ ਹੋ ਸਕਦਾ, ਤਾਂ ਐਂ ਗੱਲ ਨਹੀਂ ਬਣਨੀ। ਆਪਣੀ ਤਿਆਰੀ ਖਿੱਚ ਕੇ ਰੱਖੋ ਵੀ ਜੇ 10 ਦਿਨ ਬਾਅਦ ਇਹ ਤੁਹਾਨੂੰ ਕਹਿਣ ਵੀ ਪੇਪਰ ਦੇ ਦਿਓ, ਤੁਸੀਂ ਬੋਲੋ ਹਾਂਜੀ ਸਰ ਅਸੀਂ ਤਿਆਰ ਹਾਂ। PSSB ਦਾ ਵੀ ਆਲਮਜੀਤ ਸਿੰਘ ਢਿੱਲੋਂ 16-17 ਤੋਂ ਸ਼ੁਰੂ ਹੋਣ ਲੱਗਾ। ਤੁਹਾਨੂੰ ਡੇਟ ਅੱਜ ਕੱਲ੍ਹ 'ਚ ਪਤਾ ਲੱਗ ਜੂਗੀ, ਅੱਜ ਕਿੰਨੀ ਤਰੀਕ ਹੈ? ਅੱਜ ਹੈਗੀ ਆ 11 ਤਰੀਕ ਹੈ ਨਾ, ਅੱਜ ਬਸ ਤੁਹਾਨੂੰ 1-2 ਦਿਨ 'ਚ ਪਤਾ ਲੱਗ ਜੂਗਾ, 16 ਜਾਂ 17 ਤੋਂ ਸ਼ੁਰੂ ਹੈ। ਠੀਕ ਹੈ ਜੀ। GK ਬਹੁਤ ਹੈ, ਬਿਲਕੁਲ ਸਰ ਤੁਸੀਂ ਐਗਜ਼ਾਮ ਨਹੀਂ ਦਿੰਦੇ, ਅਸੀਂ ਐਗਜ਼ਾਮ ਦੇ ਕੇ ਕੀ ਕਰਾਂ। ਚਲੋ ਹਜੇ ਵੀਰਿੰਦਰ ਸਿੰਘ PSPCL ਦੀ ਆਪਾਂ ਕੱਟ ਆਫ ਨਹੀਂ ਕੱਢ ਸਕਦੇ, ਕਿਉਂਕਿ ਨੋਰਮਲਾਈਜੇਸ਼ਨ ਇੱਕ ਵਰਡ ਤੁਸੀਂ ਸੁਣਿਆ ਹੋਣਾ, ਕਈ ਵਾਰੀ ਕਈ ਪੇਪਰ ਆਏ ਨੇ ਸੌਖੇ, ਕਈ ਆਏ ਨੇ ਕੁਛ ਔਖੇ, ਤਾਂ ਨੋਰਮਲਾਈਜੇਸ਼ਨ ਜਿਹੜੀ ਚੀਜ਼ ਹੁੰਦੀ ਹੈ, ਇਹਦੇ ਹੁੰਦੇ ਹੋਏ ਪੇਪਰ ਦੀ ਕੱਟ ਆਫ ਐਕਸਪੈਕਟ ਕਰਨਾ ਥੋੜਾ ਜਿਹਾ ਕੱਢਣਾ ਥੋੜਾ ਔਖਾ ਹੋ ਜਾਂਦਾ। ਠੀਕ ਹੈ ਜੀ। ਹਾਂ ਸਿਲੇਬਸ ਦਿੱਤਾ ਨਹੀਂ, ਦੇਖੋ ਅਸੀਂ ਤੁਹਾਨੂੰ ਪ੍ਰੋਬੇਬਲ ਹੀ ਦੱਸਾਂਗੇ ਪਿਛਲੇ ਸਾਲ ਦਾ, ਲੇਕਿਨ ਇੱਕ ਵਰਡ ਹੁੰਦਾ ਟੈਂਟੇਟਿਵ ਵੀ ਇਹੋ ਜਿਹਾ ਆ ਸਕਦਾ, ਕਿਉਂਕਿ ਦੇਖੋ ਹੁਣ ਜੇ ਅਸੀਂ PSSB ਸਿਲੇਬਸ ਦੀ ਹੀ ਵੇਟ ਕਰਦੇ ਰਹੀਏ, ਸਾਡਾ ਬੈਚ ਹੋਰ ਲੇਟ ਹੋਈ ਜਾਊਗਾ। ਸਾਡੇ ਕੋਲ ਵੈਸੇ ਹੀ ਅਸੀਂ ਮਹੀਨੇ ਦਾ ਟਾਈਮ ਲੈ ਕੇ ਚੱਲੇ ਵੀ 7-8 ਤਰੀਕ ਤੱਕ ਜੇ ਪੇਪਰ ਹੋ ਸਕਦਾ, 25-26 ਦਿਨ ਹੈ ਸਾਡੇ ਕੋਲ, ਤਾਂ ਛੇਤੀ ਆਪਾਂ ਤੁਹਾਡਾ ਸਿਲੇਬਸ ਨਿਬੇੜੀਏ, ਕਿਉਂਕਿ ਜੇ ਉਹਦਾ ਸਿਲੇਬਸ ਦਾ ਵੇਟ ਕਰ ਲਈ, ਮੰਨ ਲਓ 10 ਦਿਨ ਪਹਿਲਾਂ ਸਿਲੇਬਸ ਦਿੱਤਾ, ਉਦੋਂ ਬੈਚ ਸ਼ੁਰੂ ਕਰਕੇ ਕੋਈ ਫਾਇਦਾ ਨਹੀਂ ਹੈ। ਠੀਕ ਹੈ। ਆਲਮਜੀਤ ਸਿੰਘ ਢਿੱਲੋਂ ਸਿਲੇਬਸ ਦੀ ਟੈਨਸ਼ਨ ਨਾ ਕਰੋ, ਤੁਹਾਨੂੰ ਪ੍ਰੋਪਰ ਐਗਜ਼ਾਮ ਓਰੀਐਂਟਡ ਹੋਗਾ। ਦੇਖੋ ਬੈਚ ਦਾ ਫਾਇਦਾ ਕੀ ਹੁੰਦਾ? PSSB ਦੇ ਬੈਚ ਦਾ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜਾ ਪੇਡ ਬੈਚ ਹੈ, PSSB ਦੇ ਬੈਚ ਦਾ ਫਾਇਦਾ ਕੀ ਹੈ? ਫਾਇਦਾ ਹੈ ਤੁਹਾਨੂੰ ਇੱਧਰ ਉੱਧਰ ਦੀ ਭਗਾਈ ਛੱਡ ਕੇ ਔਖਾ ਸੌਖਾ ਨਹੀਂ, ਤੁਹਾਨੂੰ ਬਿਲਕੁਲ ਜਿਹੜਾ ਲੈਵਲ ਦਾ ਪੇਪਰ 'ਚ ਸਵਾਲ ਆਉਂਦਾ ਉਹੋ ਜਿਹਾ ਕਰਨਾ। ਤੁਸੀਂ ਤੁਹਾਡੇ ਜਿਹੜੀ ਟੈਸਟ ਸੀਰੀਜ਼ ਬਣੀ ਹੋਈ ਹੈ, ਉਹ ਵੀ ਜਿਹੋ ਜਿਹਾ ਪੇਪਰ ਆਊਗਾ ਨਾ ਬਿਲਕੁਲ ਉਹੋ ਜਿਹੀ ਹੈ, ਤਾਂ ਉਹਦੀ ਟੈਨਸ਼ਨ ਨਾ ਲਓ ਆਪਾਂ, ਕਿਉਂਕਿ ਹੁਣ ਇੱਧਰ ਫੜ ਕੇ ਉੱਧਰ ਫੜ ਕੇ ਆਪਾਂ ਆਪਣੀ ਉਂਗਲਾਂ ਫਲਾਣੀਆਂ ਨਹੀਂ ਹੈ, ਆਪਾਂ ਮੁੱਠੀ ਰੱਖਣੀ ਹੈ, ਤੇ ਬਿਲਕੁਲ ਜਿਹੜੇ ਪੇਪਰ ਦੇ ਕੁਐਸਚਨ ਹੈ, ਪੇਪਰ ਦਾ ਲੈਵਲ ਦਾ ਉਹੋ ਜਿਹਾ ਹੀ ਕਰਨਾ, ਬਿਲਕੁਲ ਉਸੇ ਓਰੀਐਂਟਡ ਉਸੇ ਡਾਇਰੈਕਸ਼ਨ 'ਚ ਆਪਾਂ ਪੜ੍ਹਾਉਣਾ। ਹੁਣ IT ਤੇ ਕਲਰਕ ਦਾ ਸੇਮ ਹੀ ਰਹੂ। IT 'ਚ ਦੇਖੋ IT ਦਾ ਆਊਗਾ ਥੋੜਾ ਅੱਡ, IT ਦੇ ਜਿਹੜੇ ਕੰਪਿਊਟਰ ਥੋੜੇ ਸਵਾਲ ਵੱਧ ਆ ਸਕਦੇ ਆ, ਕਲਰਕ ਜਿਹੜਾ ਨਾਰਮਲ ਉਹਦੇ ਅੰਦਰ ਘੱਟ ਆਉਂਗੇ, ਅਕਾਊਂਟਸ ਵਾਲੇ 'ਚ ਅਕਾਊਂਟ ਦੇ ਸਵਾਲ ਆ ਸਕਦੇ ਆ। ਇਹ ਤਾਂ ਬੜਾ ਅਜੀਬ ਦੱਸੇ ਪੁੱਛਿਆ ਤੁਸੀਂ। ਇਹ ਮੇਰਾ ਇੰਡੀਆ ਪੇਪਰ ਦੇਖੋ ਦਸੰਬਰ ਦੇ 1st ਜਾਂ 2nd ਵੀਕ 'ਚ ਹੈ, ਪੱਕਾ ਕੁਝ ਨਹੀਂ ਹੈ। ਠੀਕ ਹੈ। ਚਲੋ ਹੁਣ ਮੇਰੀ ਕਲਾਸ ਹੈ, ਛੇਤੀ ਆ ਜਾਓ। ਕਿੰਨੇ ਵਜੇ? ਹੁਣ ਛੇਤੀ ਮਿਲਦੇ ਆ ਜੀ, ਹੁਣ 4 ਵਜ ਗਏ। ਪੰਜਾਬ ਅੱਡਾ 24/7 ਤੇ ਆ ਜਾਓ। ਪਤਾ ਨਹੀਂ ਕੀ ਲਿਖਤਾ ਮੈਂ, 4 ਵੱਜ ਚੁੱਕੇ ਨੇ, ਮੈਥ ਦੀ ਕਲਾਸ ਹੈ, ਮਿਲਦੇ ਆ ਉੱਥੇ। ਠੀਕ ਹੈ, ਥੋੜੀ ਦੇਰ 'ਚ। ਚਲੋ ਜੀ, ਸਤਿ ਸ਼੍ਰੀ ਅਕਾਲ, ਚੰਗਾ ਸਾਰਿਆਂ ਨੂੰ। ਬਾਕੀ ਜਿਹੜੇ ਸਵਾਲ ਨੇ ਕਲਾਸ 'ਚ ਪੁੱਛਦੇ ਆ, ਕਿਉਂਕਿ ਉਹ ਵੀ ਲਾਣੀ ਜ਼ਰੂਰੀ ਹੈ। 4-5 ਹੋ ਗਏ। ਆ ਜਾਓ ਪੰਜਾਬ ਅੱਡਾ 24/7 ਤੇ ਨਾ। ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।